ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਸਿੰਘ ਸ਼ੁਰੂ ਕਰ ਦਈਏ। ਹਾਂਜੀ ਹਾਂਜੀ ਸਰ। ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਸਾਡੇ ਸੱਦੇ ਦੇ ਉੱਪਰ ਬੜੇ ਸ਼ਾਰਟ ਨੋਟਿਸ 'ਤੇ ਤੁਸੀਂ ਇੱਥੇ ਆਏ ਹੋ। ਦੂਸਰਾ, ਮੈਂ ਤੁਹਾਡੇ ਕੋਲ ਮਾਫੀ ਦਾ ਖਾਸਦਾਰ ਹਾਂ। ਅਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਹਾਂ ਕਿਉਂਕਿ ਚੰਡੀਗੜ੍ਹ ਦੇ ਕੋਲ ਸੜਕ ਬਣਨ ਕਰਕੇ ਕਾਫੀ ਟ੍ਰੈਫਿਕ ਜਾਮ ਸੀ। ਹੁਣ ਅਸੀਂ ਗੱਲ ਜਿਸ ਕਰਕੇ ਅਸੀਂ ਦਿੱਲੀ ਤੋਂ ਆਏ ਹਾਂ, ਅਸੀਂ ਪੰਜਾਬ ਦੇ 2-3 ਸ਼ਹਿਰਾਂ ਹੋ ਚੁੱਕੇ ਹਾਂ। ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਚੰਡੀਗੜ੍ਹ ਇੱਕ ਮੈਟਰੋਪੋਲੀਟਨ ਸਿਟੀ ਦੀ ਬੜੀ ਇੰਪੋਰਟੈਂਸ ਰੱਖਦਾ ਹੈ। ਜੋ ਕੁਝ ਹਾਲਾਤ ਦਿੱਲੀ ਦੇ ਵਿੱਚ ਬੀਤੇ ਦਿਨਾਂ 'ਚ ਹੋਏ ਨਾ, ਉਹ ਹਾਲਾਤਾਂ ਬਾਰੇ ਜਾਣਕਾਰੀ ਦੇਣਾ ਸਾਡਾ ਰੂਬਰੂ ਹੋ ਕੇ ਫਰਜ਼ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਇਤਿਹਾਸ ਦੇ ਵਿੱਚ ਜਾਂ ਮੈਂ ਸਮਝਦਾ ਵੀ ਹਿੰਦੁਸਤਾਨ ਦੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਪੁਲਿਸ ਕਦੀ ਐਂਟਰ ਨਹੀਂ ਕਰਦੀ। ਮੈਂ ਜਿਹੜਾ ਬੇਨਤੀ ਕਰਨੀ ਚਾਹਾਂਗਾ ਵੀ ਗੱਲਾਂ ਨਾ ਕੀਤੀਆਂ ਜਾਣ, ਉਹ ਧਿਆਨ ਹਟ ਜਾਂਦਾ। ਗੁਰੂ ਦਰਬਾਰ ਦੇ ਵਿੱਚ ਇਹ ਪਹਿਲੀ ਵਾਰੀ ਪੁਲਿਸ ਆਈ ਹੈ। ਪੈਰੀਫਰੀ ਦੇ ਵਿੱਚ ਤਾਂ ਸੰਨ 56 ਵਿੱਚ ਵੀ ਪੁਲਿਸ ਗਈ, 86 ਵਿੱਚ ਵੀ ਬਰਨਾਲਾ ਹਕੂਮਤ ਵਕਤ ਗਈ, ਪਰ 22 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਦਰਬਾਰ ਦੇ ਵਿੱਚ ਪੁਲਿਸ ਦੀ ਐਂਟਰੀ ਹੋਈ ਬਾਵਰਦੀ। ਉਹਨਾਂ ਦੀਆਂ ਜੇਬਾਂ ਦੇ ਵਿੱਚ ਗਲਤ ਚੀਜ਼ਾਂ ਸਨ ਜਿਹੜੀਆਂ ਕਿ ਪਾ ਕੇ ਬੰਦਾ ਗੁਰੂ ਦਰਬਾਰ ਵਿੱਚ ਨਹੀਂ ਜਾ ਸਕਦਾ, ਔਰ ਸਾਰਾ ਗੁਰਦੁਆਰਾ ਕੰਪਲੈਕਸ ਇੱਕ ਛਾਵਣੀ ਦੇ ਵਿੱਚ ਬਦਲਿਆ ਹੋਇਆ ਸੀ। ਔਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਦੇ ਵਿੱਚ ਰਾਈਟ ਕਮਾਂਡੋ ਆਏ ਹੋਏ ਸਨ, ਆਟੋਮੈਟਿਕ ਵੈਪਨ ਲੈ ਕੇ, ਜਿਵੇਂ ਕੋਈ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਛਿੜਨ ਵਾਲੀ ਹੈ। ਆਏ ਕੌਣ ਸਨ? ਨਿਹੱਥੇ ਬਜ਼ੁਰਗ ਸਾਡੇ ਵਰਗੇ ਜਿਹੜੇ ਕਿ ਅਸਮਰਥ ਹਨ ਕਿਸੇ ਵੀ ਚੀਜ਼ ਤੋਂ। ਉਹਨਾਂ ਵਾਸਤੇ ਇੱਕ ਕਮਾਂਡੋ ਫੋਰਸ ਜਿਹੜੀ ਹੈ, ਜਿਹੜੀਆਂ ਕਿ 6 ਬੱਸਾਂ ਅਸੀਂ ਗਿਣਤੀ ਕੀਤੀਆਂ ਸਨ, ਬਾਹਰ ਖੜੀਆਂ ਸਨ ਰਾਈਟ ਪੁਲਿਸ ਦੀਆਂ। ਔਰ ਉਹਨਾਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਨੂੰ ਹੋਰ ਮੈਂਬਰਾਂ ਨੂੰ ਜੋ ਸਾਡੇ ਨਾਲ ਹੀ ਬੈਠੇ ਨੇ, ਇਹਨਾਂ ਨੂੰ ਸਾਨੂੰ ਧੱਕੇ ਮਾਰ ਮਾਰ ਕੇ ਪੁਲਿਸ ਨੇ ਬਾਹਰ ਕੱਢਿਆ। ਔਰ ਫਿਰ ਜੋ ਵੀ ਜਿਸ ਨੂੰ ਵੀ ਬਿਠਾਣਾ ਸੀ ਪ੍ਰਧਾਨਗੀ ਦੇ ਪਦ ਉੱਪਰ, ਆਪਣੀਆਂ ਠੱਪੇ ਲਾ ਕੇ ਉਹ ਡੱਬੇ 'ਚ ਬੰਦ ਕਰਕੇ ਡਿਕਲੇਅਰ ਕਰਦੇ। ਇਤਨੀ ਨੰਗੀ ਚਿੱਟੀ ਮੁਦਾਖਲਤ ਧਰਮ ਦੇ ਵਿੱਚ ਔਰ ਗੁਰਦੁਆਰੇ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਨਾ ਹੋਈ ਹੈ ਤੇ ਨਾ ਹੀ ਗੁਰੂ ਮਹਾਰਾਜ ਕਰੇ ਇਹ ਦਿਖਾਵੇ। ਇਸ ਦਾ ਸਭ ਤੋਂ ਅਫਸੋਸਨਾਕ ਪਹਿਲੂ ਇਹ ਹੈਗਾ ਵੀ ਜਿਹੜੇ ਸਿੱਖ ਕੌਜ਼ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦੇ ਹਨ ਦੁਨੀਆ ਦੇ ਵਿੱਚ ਔਰ ਪ੍ਰੈਸ ਦੇ ਵਿੱਚ, ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੀ ਬਣਤਰ ਹੀ ਤਾਂ ਹੋਈ ਸੀ ਵੀ ਸਿੱਖਾਂ ਦੀ ਹੱਕਾਂ ਦੀ ਰਾਖੀ ਕਰਨ ਵਾਸਤੇ, ਗੁਰਦੁਆਰਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ, ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ। ਹੋਇਆ ਕੀ ਹੈ? ਉਸੇ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਮੈਂਬਰਾਂ ਸਮੇਤ ਇਹਦੇ 29ਵੇਂ ਨੰਬਰ ਤੇ ਦਸਤਖਤ ਹੈਗੇ, ਇਹ ਪੁਲਿਸ ਨੂੰ ਕਾਲ ਕਰ ਰਹੇ ਨੇ ਪਰ ਤੁਸੀਂ ਆਓ ਔਰ ਇੱਥੇ ਦਖਲ ਦੇ ਕੇ ਸਾਨੂੰ ਸਾਡੇ ਅਹੁਦਿਆਂ ਤੇ ਬਿਠਾਓ। ਗੱਲ ਸਿਰਫ ਇਤਨੀ ਕੁਛ ਹੈ
भाई चोण प्रक्रिया शुरू हो चुकी है। चोण प्रक्रिया शुरू होंदियां ही प्रो टाइम चेयरमैन डिक्लेयर करता है मैं ये चोण जिहड़ी है रेज ऑफ हैंड्स करांगा, ओपन करांगा। ਅਸੀਂ ਉਹਨਾਂ ਕਿਹਾ ਕਿ दिस इज अगेंस्ट कॉन्स्टिट्यूशन। कॉन्स्टिट्यूशन 'ਚ लिखा होया है बाई सीक्रेट बैलेट। डायरैक्टर इंटरवीन करता है तो वह मंगता है, कहता है कि सीक्रेट बैलेट होएगी, आप ही अनाउंस करता है। कोई वोट किसी को दिखाएगा नहीं, कोई वोट के निशान नहीं लगाएगा, उसे पेन नाल लिखेगा जेड़ा पेन उत्थे पिया है, अपना पेन भी यूज नहीं कर सकते। किसी भी चीज की उल्लंघना होएगी तो असी उस वोट को इनवैलिड कर देंगे। पहली वोट पैंदी है ठीक पै जाती है, दूसरी वोट ते वो जड़ा शख्स है वो डिफेक्ट करके गया सी और असी समझते हैं और साड़ी जानकारी के मुताबिक है कि अद्धे तो उसने ले हुए सन। उन्हें वोट उन्होंने दिखा दी जी, ए देखो भी मैं वोट पा दी है। और मैं जो भी गल कह रहा ये रिकॉर्ड के है, बिल्कुल रिकॉर्ड के ऊपर है। सारी कार्रवाई की रिकॉर्डिंग गवर्नमेंट को भी है, साढ़े को भी है, पुलिस को भी है, दिल्ली गुरुद्वारा कमेटी को भी है। और जिस वक्त वोट दिखाता है उस वक्त फुल पब्लिक व्यू के विच रौला पैना लाजम सी। साडी दो ही गल सी कि इस वोट नूं तुसीं जिहड़ा हैगा इनवैलिड करार दे के आओ। इत्थों जिहड़ी हैगी स्टेलमेट शुरू हो जाता है। स्टेलमेट का अंत नहीं हो रहा। डायरैक्टर ने इत्थों तक कह दिता भी ये वोट इनवैलिड है। हरमीत सिंह कालदास नूं कहंदा है तू कौन आंदा भी दखल देना, तू बाहर चला जा। डायरैक्टर ऑन द बिहेस्ट ऑफ हिज हाई ऑफिसर्स वो कहता जी मैं नहीं दखल दिया। हालांकि उसनूं कहा जब वो हाथ खड़े करके चोण करा रहा तो तू इंटरवीन कर गया तो हुण क्यों नहीं इंटरवीन कर रहा, तो क्यों किया सी इंटरवीन हाथ खड़े ना होण देंदा। और इस धामी साहब एक नवा शकूफा छोड़ देते। नवा शकूफ है जी गुरु ग्रंथ साहब होके जी पर्ची पा लगे। मैं कहा धामी साहब पर्ची तुसीं पानी है, लेट्स यू स्टार्ट। तुसीं प्रधान हो श्रोमणी कमेटी दे, क्योंकि अज तुसीं नवीं पिरत पानी शुरू कर रहे हो, सिखां नूं आह्वान कर रहे हो गुरु ग्रंथ साहब अगे जुआ खेडो, पर्चियां पाओ। लेट्स यू शुड स्टार्ट, व्हाई आई शुड स्टार्ट। तुसीं वड्डे हैगे हो। कहना मैं क्यों करा जी। मैं कहा फिर कहंदे क्यों पे हो, जब हल हैगा इस गल का। यह नहीं है भी जिहड़ी घटना हो गई उसका हल नहीं हैगा, हल है। हल की हैगा उस वोट को इनवैलिड करार दे दो, बाकी वोटिंग करा दो, या वोट इलेक्शन पोस्टपोन कर दो, 3 दिन बाद फिर करा दो, क्योंकि उससे सारी उम्र का पैन ते लगा नहीं होया, उससे तुसीं वोट पवा लेना। मगर इन्हों कोई भी वैलिड शर्त जिहड़ी सी पसंद नहीं सी। और धामी कहता जी हुण तुहाडे कोल जो कहना नाल करो, असीं देख लांगे, असीं खून दीआं नदियां बहावांगे। आई वाज शॉक्ड। मैं पहली बार उहदे दर्शन कीते सन ते मेरियां अखां अगे ना जथेदार गुरचरण सिंह टोड़ा दी तस्वीर आ गई। मैं कहा हे गुरु महाराज इस सिख कौम नाल की भाणा वरतिया है, कित्थे टोड़ा ते कित्थे धामी, अकल का कोई मुकाबला ही कोई नहीं। कहना मैं एडवोकेट हाँ, ही हैज नो सेंस। सब तो वड्डी गल है जी भाई मैं इतना बड़ा हादसा होया है, गुरु की इतनी बड़ी बेदबी हुई है। जेड़े उन्होंने मैंबर सन, मेरे को एक प्रेस वाले ने कल पूछा सी बई उत्थे कोई मंदा चंगा बोलिया। मैं कहा मंदा चंगा नहीं, मैं उन्होंने नाम नहीं लाने मैंबरों के। उन्होंने मैंबरों वालों नंगियां मां भैणों दी गालां कढ़ियां। एक गुरु घर की अत्यंत बेदबी हुई है। और
ਸਾਡਾ ਭਵਿੱਖ ਜਿਹੜਾ ਹੈ, ਸਾਡੀ ਬਾਕੀ ਦੀ ਜ਼ਿੰਦਗੀ ਜੋ ਕੁਝ ਅਸੀਂ ਦੇਖਿਆ ਹੈ ਉਹ ਅਫਸੋਸ ਦੇ ਵਿੱਚ ਬੀਤੇਗੀ ਕਿ ਇਹ ਕੁਝ ਸਾਨੂੰ ਦੇਖਣ ਨੂੰ ਮਿਲਿਆ ਹੈ ਇਹਨਾਂ ਵੱਲੋਂ। ਔਰ ਅਫਸੋਸ ਦੀ ਗੱਲ ਹੈ, ਇਤਨਾ ਵੱਡਾ ਕਾਂਡ ਹੋਣ ਤੋਂ ਬਾਅਦ ਜਿਹੜੀ ਸਿੱਖਾਂ ਦੀ ਰਹਿਨੁਮਾਈ ਕਰਦੀ ਪਈ ਇਹ ਪਾਰਟੀ, ਸਿੱਖਾਂ ਕੋਲੋਂ ਵੋਟਾਂ ਮੰਗਦੀ ਪਈ ਇਹ ਪਾਰਟੀ, ਸਿੱਖਾਂ ਦੇ ਸਾਰੇ ਰਾਜ ਕਰਨ ਦੇ ਸੁਪਨੇ ਲੈ ਰਹੀ ਹੈ ਪਾਰਟੀ, ਉਹਦਾ ਪ੍ਰਧਾਨ ਇੱਕ ਅਫਸੋਸ ਦਾ ਲਫ਼ਜ਼ ਜਿਹੜਾ ਹੈ ਉਹ ਨਹੀਂ ਆਪਣੇ ਮੂੰਹ ਚੋਂ ਕਹਿੰਦਾ। ਪ੍ਰਧਾਨ ਤੇ ਛੋੜ ਦਿਓ, ਅਕਾਲ ਤਖਤ ਦਾ ਜਥੇਦਾਰ ਇੱਕ ਅਫਸੋਸ ਦਾ ਲਫ਼ਜ਼, ਇੱਕ ਅਫਸੋਸ ਦਾ ਸੁਣਿਆ ਤੁਹਾਨੂੰ ਨਹੀਂ ਦੇ ਰਿਹਾ। ਬਾਦਲਾਂ ਨੇ ਅਕਾਲ ਤਖਤ ਨੂੰ ਵੀ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਬੰਧਕ ਮਜ਼ਦੂਰ ਤੋਂ ਉੱਪਰ ਨਹੀਂ ਸਮਝਦੇ, ਉਹਨੂੰ ਅਲਾਉ ਨਹੀਂ ਕਰਦੇ। ਔਰ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇਲੈਕਸ਼ਨ ਵਿੱਚ ਪਾਰਟਿਸਿਪੇਟ ਕਰਨ ਤੋਂ ਵੀ ਮਨਾ ਕੀਤਾ ਹੈ। ਕਿਉਂ ਮਨਾ ਕੀਤਾ ਹੈ? ਕਿਉਂਕਿ ਉਹਨਾਂ ਦੇ ਪ੍ਰੋਗਰਾਮ ਸਨ ਬਸ ਇਹ ਹੁੱਲੜਬਾਜ਼ੀ ਕਰਨੀ ਹੈ। ਦਿਸ ਵਾਸ ਦਾ ਫਸਟ ਟਾਈਮ ਇਨ ਦਾ ਹਿਸਟਰੀ ਆਫ ਦਿੱਲੀ ਗੁਰਦੁਆਰਾ ਕਮੇਟੀ ਬਈ ਜਿਹੜੀ ਪਲੇਟਰੀ ਚੋਣ ਹੋਈ ਹੈ ਗੁਰਦੁਆਰਾ ਕਮੇਟੀ ਦੀ, ਉਸ ਵਿੱਚ ਜਥੇਦਾਰ ਨੇ ਪਾਰਟਿਸਿਪੇਟ ਨਹੀਂ ਕੀਤਾ। ਪਾਰਟਿਸਿਪੇਟ ਇਸੇ ਕਰਕੇ ਨਹੀਂ ਕੀਤਾ ਬਈ ਬਾਦਲਾਂ ਨੇ ਮਨਾ ਕੀਤਾ ਸੀ ਵੀ ਸਾਡੇ ਪ੍ਰੋਗਰਾਮ ਜਿਹੜੇ ਉਹ ਹੋ ਰਹੇ। ਮੈਂ ਇੱਕ ਤਾਂ ਤੁਹਾਨੂੰ ਇਹ ਗੱਲ ਦੱਸਣੀ ਸੀ, ਦੂਸਰਾ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਪੰਜਾਬ ਭਰ ਦੇ ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਰੱਖਣ ਵਾਲਿਆਂ ਨੂੰ, ਸਤਿਕਾਰ ਰੱਖਣ ਵਾਲਿਆਂ ਨੂੰ ਆਹਵਾਨ ਕਰਨਾ ਚਾਹੁੰਦਾ। ਅੱਜ ਡੈਮੋਕ੍ਰੇਸੀ ਦਾ ਯੁੱਗ ਜਾ ਰਿਹਾ ਹੈ। ਕਿਸੇ ਨੂੰ ਕੀਤੇ ਦੀ ਸਜ਼ਾ, ਉਹ ਵਕਤ ਜਿਹੜੇ ਨੇ ਪੁਰਾਣੇ ਬਦਲ ਗਏ। ਕੋਈ ਵਕਤ ਹੁੰਦੇ ਸਨ ਭਾਈ ਸੁੱਖਾ ਸਿੰਘ, ਪ੍ਰਤਾਪ ਸਿੰਘ ਵਰਗੇ ਆਪਣਾ ਬਦਲਾ ਲੈਂਦੇ ਸਨ, ਪਰ ਅੱਜ ਤੁਹਾਡੇ ਹੱਥ ਇੱਕ ਤਾਕਤ ਹੈ ਗਈ, ਔਰ ਤਾਕਤ ਵੀ ਤੁਹਾਨੂੰ ਬੜੀ ਜਲਦੀ ਹਾਸਲ ਕਰਨ ਦੀ ਸਮਾਂ ਮਿਲ ਗਿਆ ਹੈ। ਇਹ ਜਿਹੜੀਆਂ 20 ਤਰੀਕ ਦੀਆਂ ਚੋਣਾਂ ਹੋ ਰਹੀਆਂ, ਮੈਂ ਅਪੀਲ ਕਰਦਾ ਦਿਲ ਦੀਆਂ ਡੂੰਘਾਈਆਂ ਚੋਂ, ਬੜੇ ਦਰਦ ਭਰੇ ਦਿਲ ਨਾਲ, ਇਹ ਪੰਜਾਬ ਦੇ ਬਹਾਦਰ ਵਾਸੀਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਹੈ, ਬੇਅਦਬੀ ਕੀਤੀ ਹੈ, ਇੱਜ਼ਤ ਨੂੰ ਰੋਲਿਆ, ਪੁਲਿਸ ਨੂੰ ਚਿੱਠੀਆਂ ਲਿਖ ਕੇ ਆਪ ਬੁਲਾਇਆ ਗੁਰਦੁਆਰੇ ਵਿੱਚ, ਆਓ ਐਂਟਰ ਕਰੋ। ਸਾਰੀ ਉਮਰ ਦੇ ਕਹਿੰਦੇ ਰਹੇ ਨੇ ਅਸੀਂ ਮੁਦਾਖਲਤ ਨਹੀਂ ਸਹਿਣੀ ਸਰਕਾਰ ਦੀ, ਔਰ ਫਿਰ ਸਰਕਾਰ ਦੀ ਪੁਲਿਸ ਨੂੰ ਐਂਟਰ ਕਰਨ ਵਾਸਤੇ ਇਹ ਚਿੱਠੀਆਂ ਲਿਖ ਰਹੇ ਨੇ। ਉਹ ਚਿੱਠੀਆਂ ਲਿਖਣ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਮੈਂ ਆਹਵਾਨ ਕਰਨਾ ਚਾਹੁੰਦਾ ਇਹਨਾਂ ਦਾ ਪੂਰਨ ਤੌਰ ਤੇ ਬਾਦਲ ਦਲ ਦਾ ਬਾਈਕਾਟ ਕੀਤਾ ਜਾਏ। ਇਸ ਗੱਲ ਦਾ ਪੰਜਾਬ ਦੇ ਸਿੰਘਾਂ ਨੇ ਬਦਲਾ ਲੈਣਾ ਹੈ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਔਰ ਬੇਅਦਬੀ ਕੀਤੀ ਹੈ। ਸਾਡੇ ਸਹਿਣ ਤੋਂ ਬਾਹਰ ਹੈਗੀ ਗੱਲ ਹੈ। ਦੇਖੋ ਵੀ ਗੱਲ ਹੈ ਅਮਰਿੰਦਰ ਸਿੰਘ ਨੇ ਡਿਟੇਲ ਦੱਸਿਆ, ਪਰ ਇਹ ਗੱਲ ਤੁਹਾਨੂੰ ਦੱਸ ਦਈਏ ਕਿ 11 ਵਜੇ ਦਾ ਟਾਈਮ ਸੀ ਇਲੈਕਸ਼ਨ ਦਾ, 11:30 ਵਜੇ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ। 50 ਵੋਟਾਂ ਪੈਣੀਆਂ ਸਨ, 13 ਘੰਟੇ ਵੋਟਾਂ ਨਹੀਂ ਪਈਆਂ। 13 ਘੰਟਿਆਂ ਦੇ ਵਿੱਚੋਂ 11 ਘੰਟੇ ਉਹ ਇਹ ਕਹਿੰਦੇ ਰਹੇ ਵੋਟ ਜਿਹੜੀ ਇਨਵੈਲਿਡ ਜਿਹੜੀ ਤੁਸੀਂ ਡਿਕਲੇਅਰ ਕੀਤੀ ਹੈ ਉਸ ਨੂੰ ਪਾਸੇ ਰੱਖੋ। ਉਹਨਾਂ ਨੇ ਜ਼ਬਰਦਸਤੀ ਬੈਲਟ ਬਾਕਸ ਪਾ ਦਿੱਤਾ। ਮੈਂ ਕਿਹਾ ਜੀ ਬੈਲਟ ਬਾਕਸ ਦੀ ਚਾਬੀ ਤੁਹਾਡੇ ਕੋਲ ਖੋਲੋ, ਇਹ ਕੱਢ ਦਿਓ, ਬਾਕੀ ਪਵਾ ਦਿਓ। 28 ਵੋਟਾਂ ਰਹਿ ਗਈਆਂ, ਸਾਡੇ ਕੋਲ 23 ਵੋਟਾਂ। ਤੁਹਾਨੂੰ ਆਪਣੇ ਮੈਂਬਰਾਂ 'ਤੇ ਭਰੋਸਾ ਨਹੀਂ ਹੈਗਾ? 28 ਦੇ ਉੱਤੇ ਪਹਿਲੇ ਤੁਸੀਂ ਹੱਥ ਖੜੇ ਕਰਾ ਰਹੇ ਹੋ, ਫਿਰ ਤੁਸੀਂ ਬੈਲਟ ਤੋਂ ਨੱਸ ਰਹੇ। ਸਭ ਤੋਂ ਵੱਡੀ ਗੱਲ ਹੈਗੀ ਕਿ 11 ਘੰਟਿਆਂ ਦੇ ਵਿੱਚ ਖਬਰਾਂ ਸਾਰੀ ਦੁਨੀਆ ਚਲੀਆਂ ਗਈਆਂ। ਕਿਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸੇ ਜਥੇਦਾਰ ਨੇ ਇਹ ਆਵਾਜ਼ ਤੱਕ ਨਹੀਂ ਪਹੁੰਚਾਈ ਬਈ ਤੁਸੀਂ ਇਤਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਪੱਤਰ ਕਿਉਂ ਹੋਇਆ। ਇੱਕ ਲੜਕੀ ਦਾ ਉੱਪਰ ਰੇਪ ਹੋਇਆ 5 ਦਿਨ ਪਹਿਲੇ ਦਿੱਲੀ 'ਚ। ਉਸ ਦੇ ਬਾਰੇ ਜਥੇਦਾਰ ਫਟਾਫਟ
ਮਾਈਕ ਤੇ ਆ ਰਿਹਾ, ਲਾਈਵ ਬੋਲ ਰਿਹਾ, ਜਿਸ ਦੀ ਬਦੌਲਤ ਤੇ ਇਸ਼ਟ ਬਣਿਆ ਹੈ, ਜਿਸ ਦੀ ਬਦੌਲਤ ਤੇ ਜਥੇਦਾਰ ਬਣਿਆ ਹੈ, ਉਸ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਅੱਜ 15 ਦਿਨ ਹੋਣ ਵਾਲੇ ਨੇ ਇੱਕ ਲਫ਼ਜ਼ ਨਹੀਂ ਬੋਲਿਆ, ਨਾਟ ਈਵਨ ਅ ਸਿੰਗਲ ਵਰਡ। ਸੰਨ 75 ਦੇ ਵਿੱਚ ਡੈਮੋਕ੍ਰੇਸੀ ਦੀ ਬਹਾਲੀ ਲਈ ਇਹ ਬਾਦਲ ਦਲ, ਉਸ ਵਕਤ ਅਕਾਲੀ ਦਲ, ਇਹ ਮੋਰਚਾ ਲਾਉਂਦਾ ਹੈ। ਔਰ 50 ਸਾਲਾਂ ਬਾਅਦ ਬਾਦਲਾਂ ਨੇ ਅਕਾਲੀ ਦਲ ਨੂੰ ਕਿੱਥੇ ਲਿਆ ਕੇ ਰੱਖ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਡੈਮੋਕ੍ਰੇਸੀ ਦਾ ਕਤਲ ਕਰ ਰਹੇ ਨੇ, ਪੁਲਿਸ ਬੁਲਾ ਰਹੇ ਨੇ, ਪੁਲਿਸ ਬੁਲਾ ਕੇ ਮੈਂ ਕੈਂਡੀਡੇਟ ਹਾਂ, ਮੈਨੂੰ ਵੀ ਬਾਹਰ ਕਢਵਾ ਕੇ ਤੇ ਵੋਟਾਂ ਪਵਾ ਕੇ ਆਪਣੇ ਆਪ ਨੂੰ ਜਿਤਾ ਰਹੇ। ਅਸੀਂ ਕਿਹਾ ਤੁਸੀਂ ਪਰਸੋਂ ਪਵਾ ਲਓ, ਤਰਸੋਂ ਪਵਾ ਲਓ, ਜਦ ਮਰਜ਼ੀ ਕਰ ਲਓ, ਪਰ ਆਰਡਰ ਸਨ ਕਿ ਅੱਜ ਇਹਨਾਂ ਨੂੰ ਜਿਤਾ ਕੇ ਬਣਾ ਕੇ ਤੇ ਤਾਂ ਤੁਸੀਂ ਘਰ ਰਾਤ ਨੂੰ ਜਾਣਾ। 5 ਵਜੇ ਤੋਂ ਬਾਅਦ ਕਦੀ ਵੋਟਿੰਗ ਹੋਈ? ਸਰਨਾ ਜੀ, ਜਿਹੜੀ ਇਹ ਪੁਲਿਸ ਆ ਇਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਆ, ਉਹਨਾਂ ਦੇ ਕਹਿਣ ਤੇ ਆਈ, ਫਿਰ ਆਪਾਂ ਇਹ ਕਹਿ ਲਈਏ? ਦੇਖੋ ਜੀ, ਗੱਲ ਹੈਗੀ ਕਿ ਪੁਲਿਸ ਆਈ ਮਤਲਬ ਕਿਉਂਕਿ ਇਹ ਕੇਜਰੀਵਾਲ ਸਰਕਾਰ ਦੇ ਅੰਡਰ ਹੈ ਨਹੀਂ, ਇਹ ਬੀਜੇਪੀ ਦੇ ਕਹਿਣ ਤੇ ਆਈ ਪੁਲਿਸ ਜਿਹੜੀ ਅੰਦਰ। ਦੇਖੋ ਜੀ, ਗੱਲ ਹੈਗੀ ਅਕਾਰਡਿੰਗ ਟੂ ਡਾਇਰੈਕਟਰ, ਮੈਂ ਇੰਟਰਫੀਅਰ ਨਹੀਂ ਕਰਨਾ। ਅਸੀਂ ਉਹਨੂੰ ਕਿਹਾ ਵੀ ਇਹ ਜਦ 8 ਵਾਰ ਪੋਸਟਪੋਨ ਹੋ ਚੁੱਕੀ ਹੈ ਇਲੈਕਸ਼ਨ, ਫਿਰ ਉਹ ਜਾਂਦੇ ਨੇ, ਫਿਰ ਅਸੀਂ ਕਹਿੰਦੇ ਪਹਿਲੇ ਵੋਟ ਕੱਢੋ ਤਾਂ ਉਹਦਾ ਨਾ ਕਿ ਇਨਵਾਈਟ ਵੋਟ ਕੱਢੋ ਤਾਂ ਅਸੀਂ ਪਾਣ ਦਿੰਦੇ ਹਾਂ। 13 ਘੰਟੇ ਹੀ ਹੁੰਦਾ ਰਿਹਾ, ਤੂੰ ਐਕਸ਼ਨ ਕਿਉਂ ਨਹੀਂ ਲੈਂਦਾ? ਕਹਿੰਦਾ ਜੀ ਮੈਂ ਤੂੰ ਉੱਤੋਂ ਆਰਡਰ ਹੈ। ਉੱਤੋਂ ਕਿੱਥੋਂ? ਇਹ ਮੈंने ਉਸਨੂੰ ਪੁੱਛਿਆ, ਮੈਂ ਕਿਹਾ ਕਿੱਥੋਂ ਆ ਗਿਆ ਉੱਪਰੋਂ? ਕਹਿੰਦਾ ਜੀ ਮੈਨੂੰ ਉੱਪਰੋਂ ਆਰਡਰ। ਇਹਦਾ ਮਤਲਬ ਅਕਾਲੀ ਦਲ ਬੀਜੇਪੀ ਹੁਣ ਮਤਲਬ ਤੁਸੀਂ ਕੱਢੋ, ਨਹੀਂ, ਸਾਡੀ ਤਾਂ ਇੱਕੋ ਗੱਲ ਹੈਗੀ, ਸਾਡਾ ਪੱਤਰਕਾਰ ਡੈਮੋਕ੍ਰੇਸੀ ਦਾ ਮਤਲਬ ਨਹੀਂ ਕਰਦਾ, ਸਵਾਲ ਕਰਦਾ, ਤੁਸੀਂ ਸਵਾਲ ਦਾ ਜਵਾਬ ਦਿਓ। ਇਹਦਾ ਮਤਲਬ ਕੀ ਹੈ ਕਿ ਬੀਜੇਪੀ ਵੀ ਰਲੀ ਹੋਈ ਹੈ ਇਸ ਸਾਰੀ ਗੇਮ? ਦੇਖੋ ਜੀ, ਬੀਜੇਪੀ ਦੀ ਹੋਈ ਨਹੀਂ, ਸਰਕਾਰ ਦੀ ਤੇ ਆਈ ਹੈ। ਸਰਕਾਰ ਕਿਹੜੀ? ਮੋਦੀ ਸਰਕਾਰ ਦੀ? ਇਹ ਦਿੱਲੀ ਦੀ ਸਰਕਾਰ, ਐਲਜੀ ਗਵਰਨਰ, ਇਹ ਤਾਂ ਸਪਸ਼ਟ ਹੈਗਾ। ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਬਾਈ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਉਸਨੇ ਵੀ ਸਾਡੇ ਹੱਥ 'ਚ ਨਾਰਾ ਮਾਰਿਆ, ਉਸਨੇ ਵੀ ਕਿਹਾ ਵੀ ਪੁਲਿਸ ਕਿਉਂ ਗਈ? ਮਤਲਬ ਦਿੱਲੀ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਬੋਲਣ ਵਾਸਤੇ ਨਾ ਬਾਦਲ ਦਲ ਨਾ ਕੋਈ ਹੋਰ ਦਲ, ਕਿਸੇ ਵੀ ਦਲ ਨੇ ਰਿਗਰੈਟ ਨਹੀਂ ਕੀਤਾ ਜੀ ਸਾਨੂੰ, ਕਿਸੇ ਵੀ ਦਲ ਨੇ ਨਹੀਂ। ਤਾਂ ਹੁਣ ਕੀ ਤੁਸੀਂ ਦੇਖਦੇ ਹੋ? ਹੁਣ ਤਾਂ ਨਾ ਸਿਰਸਾ ਹੈਗਾ ਤੇ ਨਾ ਹਰਮੀਤ ਸਿੰਘ ਕਾਲਕਾ ਹੈਗਾ ਸ਼੍ਰੋਮਣੀ ਅਕਾਲੀ ਦਲ। ਦੇਖੋ ਜੀ, ਤੁਹਾਨੂੰ ਕਿਸੇ ਨੇ ਕਿਹਾ ਨਹੀਂ ਹੈ। ਆਇਆ ਤਾਂ ਨਹੀਂ, ਇਹ ਸਾਰਾ ਮਾਫੀਆ ਡਾਊਨ ਹੈਗਾ। ਇਸ ਮਾਫੀਆ ਡਾਊਨ ਨੂੰ ਜਾਂ ਭਾਜਪਾ ਦੇ ਹੱਥਾਂ ਚਲਾ ਜਾਏਗਾ। ਦੇਖੋ ਗੱਲ ਇਹ ਹੈਗੀ ਜੀ, ਇੱਕ ਤਾਂ ਚਲਾ ਗਿਆ, ਇੱਕ ਜਾਣ ਵਾਲਾ। ਗੁਰਦੁਆਰਾ ਪ੍ਰਬੰਧ ਕਹਿ ਰਹੇ ਨੇ। ਦੇਖੋ ਜੀ, ਜਿਹੜਾ ਪ੍ਰਧਾਨ ਹੈਗਾ ਸਾਬਕਾ ਉਹ ਤੇ ਚਲਾ ਗਿਆ, ਜਿਹੜਾ ਹੁਣ ਦਾ ਹੈਗਾ ਇਹ ਦੋਵਾਂ ਦਿਨਾਂ ਨੂੰ ਚਲਾ ਜਾਏਗਾ। ਸਾਬਕਾ ਚੰਡੀਗੜ੍ਹ ਜੀ ਹੈ, ਹਾਂਜੀ, ਸਾਬਕਾ ਚੰਡੀਗੜ੍ਹ ਜੀ ਹੈ, ਤੁਸੀਂ ਵੀ ਚੰਡੀਗੜ੍ਹ ਜੀ ਹੋ। ਮੈਂ ਕਿਹਾ ਬੁਲਾ ਲਓ, ਸਾਡੇ ਸਾਹਮਣੇ ਕਰ ਦਿਓ, ਸਾਡੇ ਸਾਹਮਣੇ ਕਰਾਓ। ਆ ਬੈਠ ਗੱਲ ਕਰ, ਕੋਈ ਹਿੰਮਤ ਹੈ ਆ ਸਾਹਮਣੇ ਕਰੋ। ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੇ। ਸਾਹਿਬ, ਉਹਨਾਂ ਦਾ ਦੋਸ਼ ਆ ਕਿ ਤੁਸੀਂ ਜਿਹੜੇ ਉਹ ਜਿੱਥੇ ਬੈਲਟ ਪੇਪਰ ਵੋਟਾਂ ਪੈਂਦੀਆਂ ਸੀ ਉਹ ਡੱਬਾ ਕੈਪਚਰ ਕੀਤਾ। ਉਹ ਸਰ ਜੀ, ਮੈਂ ਦੱਸਾਂ ਜੀ, ਇੱਕ ਸੈਕਿੰਡ ਮੈਂ ਤੁਹਾਨੂੰ ਦੱਸ, ਕੋਈ ਕੈਪਚਰ ਨਹੀਂ ਕੀਤਾ ਯਾਰ। ਅਸੀਂ ਐਡੇ ਪਹਿਲਵਾਨ ਆ, ਬੜੀ ਮੁਸ਼ਕਲ ਨਾਲ ਪਕੜ ਕੇ ਕਰਦੇ ਪਏ ਹਾਂ। ਅਸੀਂ ਇਸ ਜੋਗੇ ਹੈ ਨਹੀਂ ਆ। ਹੀ ਇਜ਼ ਅਬਾਊਟ 78, ਆਈ ਐਮ ਅਬਾਊਟ 73, ਤੇ ਅਸੀਂ ਠੀਕ ਠਾਕ ਹੈਗੇ ਹਾਂ, ਆਪਣੇ ਜੋਗੇ ਹੈਗੇ ਹਾਂ। ਅਸੀਂ ਉਹਨਾਂ ਨੂੰ ਇਹ ਕਿਹਾ ਅਸੀਂ ਬੈਲਟ ਹੋਰ ਪਾਣ ਨਹੀਂ ਦੇਣੇ, ਜ਼ਬਰਦਸਤੀ ਨਹੀਂ ਪਾਣ ਦੇਣੇ, ਜ਼ਬਰਦਸਤੀ ਨਹੀਂ ਪਾਣ ਦੇਣੇ। ਸਾਡੇ ਵਰਕਰ ਵੀ ਸਨ, ਕਿਉਂ ਜ਼ਬਰਦਸਤੀ? ਉਹਨਾਂ ਦੇ ਮੈਂਬਰ ਆਏ, ਅਸੀਂ ਕਿਹਾ ਵੋਟ ਨਾ ਪਾਣਾ। ਇਸ ਕਰਕੇ ਅਸੀਂ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ, ਅਸੀਂ ਆਪਣੇ ਹੱਕ ਵਾਸਤੇ ਜਿਤਨਾ ਕਿ ਸਾਡੇ ਪਾਸੇ ਸੀ ਅਸੀਂ ਉਹ ਕੀਤਾ, ਸਾਨੂੰ ਕਰਨਾ ਵੀ ਚਾਹੀਦਾ। ਕੀ ਕਾਰਨ ਕੀ ਬਣ ਗਏ ਗੁਰਦੁਆਰੇ ਦੇ ਵਿੱਚ ਪੁਲਿਸ ਬਣਾਉਣ ਪਈ? ਇਹ ਲੜਾਈ ਝਗੜਾ ਬਿਲਕੁਲ ਇਹਦੀ ਜ਼ਿੰਮੇਵਾਰੀ ਸਭ ਤੋਂ ਅਫਸੋਸਨਾਕ ਮੈਂ ਅੱਗੇ ਗੱਲ ਕਰ ਬੈਠਾ, ਜਿਸ ਕਰਕੇ ਅਸੀਂ ਆਏ ਹਾਂ। ਬਿਲਕੁਲ ਸਰਾਸਰ ਬਾਦਲਾਂ ਦੇ ਉੱਪਰ ਜ਼ਿੰਮੇਵਾਰੀ ਹੈ ਕਿ ਔਰ ਗੁਰੂ ਮਹਾਰਾਜ ਨੇ ਬੜੀ ਛੇਤੀ ਇਹਨਾਂ ਦਾ ਸਿਰਾ ਲਾਣਾ ਹੈ। ਇਹ ਪੰਥ ਵਿਰੋਧੀ ਤਾਕਤਾਂ ਹੈਗੀਆਂ, ਇਹ ਸਿੱਖ ਪੰਥ ਦੇ ਦੋਖੀ ਹੈਗੇ। ਇਹ ਹਮੇਸ਼ਾ ਗੱਲਾਂ ਕਰਦੇ ਨੇ ਔਰ ਮੈਨੂੰ ਸ਼ਰਮ ਆਉਂਦੀ ਹੈਗੀ
ਵੀ 95 ਸਾਲ ਦੀ ਉਮਰ ਵਿੱਚ ਵੀ ਸਰਦਾਰ ਗੁਰਦਾਸ ਸਿੰਘ ਬਾਦਲ ਪਰਪੱਕ ਹੈਗਾ ਇਲੈਕਸ਼ਨ ਲੜਨ ਵਾਸਤੇ। 60-65 ਸਾਲ ਦਾ ਸਿੱਖ ਸਿਆਸਤ ਦੇ ਉੱਪਰ ਕਬਜ਼ਾ ਹੈਗਾ। ਇਤਨੀ ਲੰਬੀ ਉਮਰ ਤੋਂ ਬਾਅਦ ਉਹਦੀ ਤ੍ਰਿਸ਼ਨਾ ਇਲੈਕਸ਼ਨ ਲੜਨ ਦੀ ਤ੍ਰਿਸ਼ਨਾ ਤਾਂ ਨਹੀਂ ਮੁੱਕੀ, ਪਰ ਇੱਕ ਅਫਸੋਸ ਬਣਾਉਣ ਦੀ ਅੰਦਰੋਂ ਜੋਸ਼ ਜਿਹੜਾ ਸੀ ਉਹ ਖਤਮ ਹੋ ਚੁੱਕਾ। ਬਈ ਮੈਂ ਅਫਸੋਸ ਕੀ ਕਰਨਾ ਕਿ ਨਹੀਂ ਕਰਨਾ। ਇਹ ਜਿਹੜੀ ਹੈਗੀ ਇਹ ਬੜੀ ਅਫਸੋਸ ਨਾ ਕਰ ਰਿਹਾ। ਮੁੰਡਾ ਤਾਂ ਕਹਿ ਸਕਦਾ ਜੀ ਮੈਨੂੰ ਕੀ ਪਤਾ, ਮੈਂ ਤਾਂ ਛੋਟਾ ਹੈਗਾ, ਭੋਲਾ ਹੈਗਾ, ਪਰ ਉਹ ਤਾਂ ਬਜ਼ੁਰਗ ਸਿਆਣਾ ਬੜਾ। ਉਹ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਬਜ਼ੁਰਗ ਹਾਂ ਜੀ ਮੈਨੂੰ ਪਤਾ ਨਹੀਂ। ਭਾਈ ਪਤਾ ਇਲੈਕਸ਼ਨ ਲੜਨਾ ਪਿਆ, ਪਤਾ ਨਹੀਂ। ਇੱਕ ਗੱਲ ਸੁਣ ਲਓ, ਦਿੱਲੀ ਕਮੇਟੀ ਦੇ ਪਿਛਲੇ 9 ਸਾਲਾਂ ਦੇ ਵਿੱਚ ਕਪਲਾ 400-500 ਕਰੋੜ ਦਾ ਹੈ। ਭਾਵੇਂ ਉਹਨਾਂ ਦੀ ਗਿਣਤੀ ਵੱਧ ਸੀ, ਪਰ ਪਹਿਲੇ ਦਿਨ ਤੋਂ ਹੀ ਸਾਡੇ ਦੋਵਾਂ ਦੇ ਕਮੇਟੀ 'ਚ ਆਉਣ ਤੋਂ ਬਾਅਦ ਉਹਨਾਂ ਨੂੰ ਮੱਥਾ ਪਾਉਣ ਦੀ ਪੈ ਗਈ ਸੀ। ਔਰ ਉਹਨਾਂ ਨੇ ਇਹ ਸੋਚ ਲਿਆ ਸੀ ਵੀ ਜੇ ਸਾਡੇ ਹੱਥੋਂ ਪ੍ਰਧਾਨ ਖੁੱਸ ਗਿਆ ਤਾਂ ਆਉਣ ਵਾਲੇ ਜਿਹੜੇ ਚਿੱਠੇ ਨਿਕਲਣਗੇ ਉਹਨਾਂ ਦੀ ਜਗ੍ਹਾ ਉਹਨਾਂ ਦੇ ਘਰਾਂ ਵਿੱਚ ਜਾਂ ਦਿੱਲੀ ਵਿੱਚ ਨਹੀਂ ਹੋਏਗੀ, ਜੇਲ੍ਹ ਸੈਂਟਰਲ ਜੇਲ੍ਹ 'ਚ ਹੋਏਗੀ, ਜਿਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜਾ ਸਰਸਾ ਆਇਆ ਨੂੰ ਪੁੱਛਣਾ ਕਰ ਕਿਸੇ ਪ੍ਰੈਸ ਕੋਲ ਦਾਵੇ ਦਾ ਬਈ ਦਿੱਲੀ ਕਮੇਟੀ ਵੱਲੋਂ ਤੇਰੇ ਤੇ EOW ਦੇ ਵਿੱਚ ਲੁੱਕ ਆਊਟ ਨਾਟਕ ਹੋਇਆ ਹੈ, ਹੋਰ ਵੀ ਤੇਰੇ ਤੇ ਕੇਸ ਪਏ ਹੋਏ ਹਨ। ਤੇਰੀ ਪ੍ਰਧਾਨਗੀ ਦੇ ਜਾਂ ਜਨਰਲ ਸਕੱਤਰ ਦੀ ਕਾਰ ਵਿੱਚ ਉਹਨਾਂ ਕੇਸਾਂ ਬਾਰੇ ਦੱਸ, ਕਿਉਂ ਤੇਰੇ ਤੇ ਦਾਖਲ ਹੋਏ ਨੇ, ਇਹਦੇ ਬਾਰੇ ਦੱਸ। ਇਹ ਦੁਨੀਆ ਨੂੰ ਪਤਾ ਲੱਗਣਾ ਸੀ ਵੀ ਇਹਨਾਂ ਨੇ ਕਰਪਸ਼ਨ ਕਿਤਨੇ ਭੈੜੇ ਤਰੀਕੇ ਨਾਲ ਕਿਵੇਂ ਮਾੜੇ ਕੀਤੇ। ਅੱਜ ਦਿੱਲੀ ਦੇ ਸਕੂਲ ਬਰਬਾਦ, ਕਾਲਜ ਬਰਬਾਦ, ਇੰਸਟੀਟਿਊਸ਼ਨ ਬਰਬਾਦ, ਗੁਰਦੁਆਰੇ ਬਰਬਾਦ। ਭਾਜਪਾ ਵੀ ਦਖਲਅੰਦਾਜ਼ੀ ਮੰਨਦੇ ਨੇ ਕਿਤੇ ਨਾ ਕਿਤੇ ਦਿੱਲੀ ਕਮੇਟੀ ਦੇ ਵਿੱਚ। ਹਾਂਜੀ, ਭਾਜਪਾ ਦੀ ਦਖਲਅੰਦਾਜ਼ੀ ਮੰਨਦੇ ਹੋ ਕਿਤੇ ਨਾ ਕਿਤੇ ਦਿੱਲੀ ਕਮੇਟੀ ਦੇ ਵਿੱਚ। ਸਿੱਧੇ ਤੌਰ ਤੇ ਤਾਂ ਨਹੀਂ ਹੈਗੀ, ਪਰ ਸਿਰਸਾ ਜਿਹੜਾ ਹੈਗਾ, ਜਿਹੜਾ ਉਹ ਸਿਰਸੇ ਨੂੰ Z+ ਸਿਕਿਉਰਿਟੀ ਦਿੱਤੀ ਨੇ ਜਾਂ ਉਹਨਾਂ ਨੂੰ ਉਹਨੂੰ ਜੀ ਆਇਆ ਬਗਲਗੀਰ ਹੋ ਰਹੇ ਨੇ। ਇਸ ਕਰਕੇ ਨੈਚੁਰਲੀ ਹੈਗਾ ਬਈ ਸਿੱਖਾਂ ਦੀ ਜਿਹੜੀ ਨਿਗਾਹ ਜਾਂਦੀ ਹੈ ਵੀ ਇਹ ਜੇ ਬੰਦੇ ਨੂੰ ਇਹਨਾਂ ਨੇ Z ਸਿਕਿਉਰਿਟੀ ਕਿਉਂ ਦਿੱਤੀ ਹੈ। ਮੈਂ ਬੜੀ ਪੁਰਾਣੀ ਗੱਲ ਕਰ ਰਿਹਾ 1975 ਦੀ। ਇਹਦੇ ਨਾਲ ਸਮਾਂ ਜੀ ਇੱਕ ਹੋਰ ਐਡ ਕਰ ਲਓ, ਹਰਮੀਤ ਕਾਲਕੇ ਦੀ ਵਾਈਫ ਵੀ ਭਾਜਪਾ ਤੋਂ ਹੀ ਮੈਂਬਰ ਹੈ। ਭਾਜਪਾ ਦੀ ਹੈ। ਅੱਛਾ, ਭਾਜਪਾ ਦੀ ਹੈ। ਫਿਰ ਭਾਜਪਾ ਤਾਂ ਵੈਸੇ ਹੀ ਹੋ ਗਈ ਅੰਦਰ, ਜੇ ਹੋਮ ਮਿਨਿਸਟਰੀ ਉਹ ਘਰ ਦੀ ਜਿਹੜੀ ਆ ਉਹ BJP ਤੋਂ ਹੈ, ਤਾਂ ਫਿਰ ਤਾਂ ਕੰਟਰੋਲ ਹੀ ਭਾਜਪਾ ਦਾ ਹੀ ਹੋ ਗਿਆ। ਚਲੋ ਜੀ, ਹੁਣ ਜਿਹੜਾ ਤੁਸੀਂ ਰੋਲ, ਮੈਂ ਤੇ ਸਭ ਤੋਂ ਵੱਡਾ ਬਾਦਲਾਂ ਦਾ ਬੰਦਾ ਨਹੀਂ। ਜਥੇਦਾਰ ਨੇ ਵੀ ਭੀਖਣ ਦਾ ਕਹਿ ਦਿੱਤਾ, ਪਰ ਜਥੇਦਾਰ ਨੇ ਰਾਵਣ ਨਹੀਂ ਦੱਸਿਆ ਕਿਹੜਾ ਹੈਗਾ। ਜਥੇਦਾਰ ਦੱਸੇ ਵੀ ਇੱਥੇ ਵੀ ਭੀਖਣ ਕੌਣ ਹੈ ਤੇ ਰਾਵਣ ਕੌਣ ਹੈ। ਹੁਣ ਉਹ ਭੀਸ਼ਣ ਤੇ ਰਾਵਣ ਮਿਲ ਗਏ, ਮਿਲ ਗਏ ਨਾ, ਕੋਈ ਭੀਖਣ ਤੇ ਰਾਵਣ ਦੱਸਣ ਨਾ। ਦੱਸਣ। ਤੁਸੀਂ ਇੰਨੀ ਵੇਦਨਾ ਚੋਂ ਨਿਕਲ ਰਹੇ ਹੋ, ਇੰਨੀਆਂ ਮਤਲਬ ਕ੍ਰਿਟੀਕਲ ਸਿਚੁਏਸ਼ਨਸ ਚੋਂ ਨਿਕਲ ਰਹੇ ਹੋ, ਸੋਲੂਸ਼ਨ ਕੀ ਹੈ ਇਹਦਾ? ਕੀ ਤੁਸੀਂ ਹੁਣ ਤੱਕ ਕੀ ਕੱਢ ਹੈ ਕੇ ਸੋਲੂਸ਼ਨ? ਹਾਂ, ਸੋਲੂਸ਼ਨ ਹੈ, ਇੱਕੋ ਹੀ ਸੋਲੂਸ਼ਨ। ਇੱਕੋ ਸੋਲੂਸ਼ਨ ਹੈ। ਬਾਦਲ ਖਤਮ ਕਰੋ, ਪੰਥ ਬਚਾਓ। ਪੰਥ ਦਾ ਛੁਟਕਾਰਾ ਕਰਾ ਦਿਓ। ਉਹਦਾ ਰਸਤਾ ਕੀ ਆ ਹੁਣ ਤੱਕ ਤਾਂ ਉਹਦਾ ਨਹੀਂ- ਰਸਤਾ ਹੈ ਵੋਟਾਂ 'ਚ ਹਰਾ ਦੇ ਦਿਓ। 20 ਤਰੀਕ ਨੂੰ ਛੁਟਕਾਰਾ ਪਾ ਦਿਓ। ਵੇਟ ਕਰਨ ਛੁਟਕਾਰਾ ਪਾ ਦਿਓ। ਸਾਡੀ ਵੇਦਨਾ ਹੈਗੀ ਅੰਤਰੀਨ ਤੋਂ, ਬੜੇ ਵੇਦਨਾ ਭਰੇ ਹਿਰਦੇ ਚੋਂ ਇਹ ਪੰਜਾਬ ਦੇ ਸੂਰਬੀਰ ਬੰਦੇ ਹੋ, ਬਸ ਇਹਨਾਂ ਤੋਂ ਹੁਣ ਜਾਨ ਛੁਡਾਓ। ਸੰਗਾ ਸਾਹਿਬ ਤੁਸੀਂ ਕਹਿੰਦੇ ਬਾਦਲ ਨੂੰ ਛੁਟਕਾਰਾ ਪਾ ਦਿਓ, ਆਮ ਆਦਮੀ ਪਾਰਟੀ ਬਾਰੇ ਤੁਸੀਂ ਕਹਿੰਦੇ ਕੋਈ ਨਾ ਸਾਡੀ ਆਵਾਜ਼ ਨਹੀਂ ਉਠਾਈ। ਫਿਰ ਪੰਜਾਬ ਦੇ ਲੋਕ ਦੇਖੋ ਜੀ, ਮੇਰਾ ਆਮ ਆਦਮੀ ਨਾਲ ਕੀ ਪਾਰਟੀ ਨੂੰ ਦੇਖੋ support ਦਿੰਦੇ ਜੀ। ਦੇਖੋ ਮੇਰਾ ਨਾ ਇੱਕ ਪਹਿਲੀ ਗੱਲ, ਮੈਂ ਆਮ ਆਦਮੀ ਦਾ ਸਪੋਰਟਰ, ਨਾ ਮੈਂ ਆਮ ਆਦਮੀ ਦਾ ਵਰਕਰ, ਨਾ ਮੇਰਾ ਉਹਨਾਂ ਦੇ ਨਾਲ ਲੈਣਾ, ਨਾ ਉਹਨਾਂ ਦੇ ਨਾਲ ਕੋਈ ਦੇਣਾ। ਅਸੀਂ ਤੇ ਪਹਿਲੇ ਕਿਹਾ ਨਾ ਦਿੱਲੀ ਦੀ ਸਰਕਾਰ ਨੇ ਰਿਗਰੈਟ ਕੀਤਾ ਹੈ, ਨਾ ਕਿਸੇ ਹੋਰ ਸਰਕਾਰ ਨੇ ਕੀਤਾ, ਨਾ ਕਿਸੇ ਪਾਰਟੀ ਨੇ ਕੀਤਾ। ਪੰਜਾਬ ਦੇ ਲੋਕ ਕਿਹਨੂੰ ਪੰਜਾਬ ਆਮ ਆਦਮੀ ਨਾਲ ਮੈਨੂੰ ਇਸ ਕਰਕੇ ਕੋਈ ਨਹੀਂ ਲੈਣਾ ਦੇਣਾ ਵੀ ਉਹ ਕੋਈ ਸਿੱਖਾਂ ਦੀ ਰਹਿਨੁਮਾਈ ਥੋੜੀ ਕਰ ਰਹੇ ਕੋਈ ਉਹ। ਪਿਛਲੇ ਥੋੜੇ ਦਿਨਾਂ 'ਚ ਕੈਪਟਨ ਸਾਹਿਬ ਨਾਲ ਮੁਲਾਕਾਤ ਹੋਈ ਕੋਈ? ਹੈ ਜੀ, ਨਹੀਂ ਸਾਡੀ ਤੇ ਅੱਜ 4 ਸਾਲ ਹੋ ਗਏ ਕੋਈ ਮੁਲਾਕਾਤ। 4.5 ਸਾਲ ਕੋਈ ਮੁਲਾਕਾਤ ਨਹੀਂ ਹੈ। ਕਿਸ ਪਾਰਟੀ ਨੂੰ ਸਮਰਥਨ ਸਾਡੀ ਲਾਸਟ ਮੁਲਾਕਾਤ ਹੋਈ ਸੀ ਜਦ ਉਹਨਾਂ ਨੇ ਦਿੱਲੀ 'ਚ ਮੈਰੀਡੀਅਨ ਅਨਾਉਂਸ ਕੀਤਾ ਸੀ। ਪਰਮਜੀਤ ਸਿੰਘ ਮੇਰਾ ਐਡਵਾਈਜ਼ਰ ਹੈਗਾ, ਉਹ ਸਾਡੀ ਲਾਸਟ ਮੁਲਾਕਾਤ। ਸਮਰਥਨ ਕਿਸ ਪਾਰਟੀ ਨੂੰ ਕਰਦੇ? ਇਹ ਅਸੀਂ ਦੇਖੋ ਜੀ, ਗੱਲ ਹੈਗੀ ਅਸੀਂ ਹਰ ਉਸ ਪਾਰਟੀ ਦਾ ਵਿਰੋਧ ਕਰਾਂਗੇ ਜਿਸ ਪਾਰਟੀ ਨੇ ਬਰਗਾੜੀ ਦੇ ਹੁੰਦਿਆਂ ਆਇਆਂ, ਬੇਅਦਬੀ ਹੁੰਦਿਆਂ ਆਇਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖਾਂ ਨਾਲ ਜ਼ੁਲਮ, ਜਿਹੜੀ ਪਾਰਟੀ ਨੇ ਆਪਣੇ ਵਾਅਦੇ ਮੁਤਾਬਕ ਉਹਨਾਂ ਤੇ ਐਕਸ਼ਨ ਨਹੀਂ ਲਿਆ, ਅਸੀਂ ਹਰ ਉਸ ਪਾਰਟੀ ਦਾ ਵਿਰੋਧ ਕਰਾਂਗੇ। ਅਸੀਂ ਕੀ ਕਰਨ ਜੋਗੇ ਹਾਂ ਵਿਰੋਧ?
ਬਟ ਵਿਲ ਨੈਵਰ ਰਿਕਮੈਂਡ ਐਨੀਬਾਡੀ ਟੂ ਵੋਟ ਫਾਰ ਦੈਟ। ਅਸੀਂ ਉਸ ਪਾਰਟੀ ਨੂੰ ਵੋਟ ਵਾਸਤੇ ਕਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਲੀਅਰ ਕੱਟ ਕਹੇਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ। ਇਹ ਤਾਂ ਕਹਿ ਚੁੱਕੇ ਹਾਂ ਜੀ, ਇਹ ਤਾਂ 2017 ਚ ਵੀ ਕਿਹਾ ਗੁੱਟ ਜਿਨ੍ਹਾਂ ਨੇ ਕਿਹਾ ਹੁਣ ਬਾਹਰ ਹੋ ਗਏ ਨਾ ਜੀ, ਇਸ ਤੋਂ ਬਾਅਦ ਗੁਰੂ ਮਹਾਰਾਜ ਕੀ ਕਹੇਗਾ ਦੱਸੋ ਨਾ। ਇਸ ਤੋਂ ਬਾਅਦ ਕੋਈ ਗੁਰੂ ਆਪਕਾ ਗੁਰੂ ਹੈ ਨਾ। ਇਹ ਤਾਂ ਹਰ ਇੱਕ ਪਾਰਟੀ ਕਹਿੰਦੀ ਆ ਪੰਜਾਬ ਦੀਆਂ ਚੋਣਾਂ ਦੇ ਵਿੱਚ ਹਰ ਚਲੋ, ਇੱਕ ਪਾਰਟੀ ਇਹ ਮੁੱਦਾ ਕਿਸੇ ਨਾ ਕਿਸੇ ਵਕਤ ਦੇਖੋ ਜੀ 5 ਸਾਲ ਹੋ ਸਹੀ, ਪਰ ਇੱਕ ਗੱਲ ਬੜੀ ਪੱਕੀ ਹੈ, ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਭਾਵੇਂ ਉਹ ਕਹਿਣ ਵੀ ਸਾਡੇ ਜਿਹਨੇ ਬੇਅਦਬੀ ਕੀਤੀ ਉਹਦਾ ਬੇੜਾ ਗਰਕ ਹੋਵੇ, ਪਰ ਮੈਂ ਇਹ ਕਹਿ ਰਿਹਾ ਉਹਨਾਂ ਦੇ ਰਾਜ ਦਾ ਵੀ ਉਸ ਰਾਜ ਦਾ ਵੀ ਬੇੜਾ ਗਰਕ ਹੋਵੇ ਜਿਨ੍ਹਾਂ ਦੇ ਰਾਜ ਵਿੱਚ ਹੋਈ ਹੈ। ਬਦਲਾ ਤੇ ਪਤਾ ਨਹੀਂ ਕਦ ਕਿ ਇਹ ਕਿਸ ਵਕਤ ਬਦਲ ਹੋਵੇ, ਇਹਦਾ ਟਾਈਮ ਦੀ ਕੋਈ ਗੱਲ ਨਹੀਂ, ਪਰ ਬੇਅਦਬੀ ਕਰਨ ਵਾਲਿਆਂ ਦਾ ਕੁਝ ਨਹੀਂ ਰਹਿਣਾ। ਇਹ ਤੁਹਾਡਾ ਭਾਈ ਭਾਈ ਰਹਿ ਗਈ ਸਰਨਾ ਸਾਹਿਬ ਵੱਧ ਸਿੱਖਾਂ ਲੜ ਰਹੇ ਨੇ ਨਾਲ, ਤੁਹਾਡੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਵੀ ਲੜ ਰਹੇ ਨੇ। ਤਾਂ ਯਾਰ ਮਿਹਰਬਾਨੀ ਕਰ ਯਾਰ, ਪੁਰਾਣੇ ਸਾਥੀ ਸਾਨੂੰ ਤਲਾਕ ਹੋਇਆ ਹੋਇਆ। ਲਾਗ ਹੋ ਗਿਆ ਆਹੋ 4 ਸਾਲ ਹੋ ਗਏ, ਬੜਾ ਸਾਥੀ ਤਾਂ ਹੀ ਕਹਿ ਰਹੇ। ਬੜਾ ਟਾਈਮ। ਪ੍ਰੋਫੈਸਰ ਕੁਲਦੀਪ ਰਾਈ ਨੂੰ ਕਿਸ ਤਰੀਕੇ ਨਾਲ ਹਾਂਜੀ। ਦੇਖਦੇ? ਪ੍ਰੋਫੈਸਰ ਦਵਿੰਦਰਪਾਲ ਸਿੰਘ ਕੁਲਦੀਪ ਰਾਈ ਹਾਂਜੀ। ਹੋਰ ਪੰਥੀ ਸਿੰਘਾਂ ਦੀ ਰਾਈ ਬਾਰੇ ਕਿਵੇਂ ਦੇਖਦੇ? ਦੇਖੋ ਜੀ ਗੱਲ ਹੈ ਕਿ ਸਭ ਤੋਂ ਪਹਿਲਾਂ ਸਰਦਾਰ ਗੁਰਤੇਜ ਸਿੰਘ ਬੈਠੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਗਰ ਕਿਸੇ ਨੇ ਗੱਲ ਸ਼ੁਰੂ ਕੀਤੀ ਹੈ ਤਾਂ ਉਸ ਵਕਤ ਬਤੌਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕੀਤੀ ਹੈ। ਬੜੀ ਲੰਬੀ ਲੜਾਈ ਅਸੀਂ ਉਹਦੇ ਵਾਸਤੇ ਲੜੀ ਹੈ, ਔਰ ਖਾਸ ਤੌਰ ਤੇ ਦਿੱਲੀ ਸਰਕਾਰ ਕੋਲ ਉਹਦੀ ਰਿਹਾਈ ਵਾਸਤੇ ਜਿਤਨਾ ਹਰਵਿੰਦਰ ਸਿੰਘ ਗਿਆ ਸ਼ਾਇਦ ਕੋਈ ਨਹੀਂ। ਇਹ ਅੱਜ ਅਗਰ ਇਹਦੀ ਉਮਰ ਕੈਦ ਬਦਲੀ ਗਈ ਹੈ, ਇਟ ਇਜ਼ ਆਰ ਜਾਂ ਬਖਸ਼ਿਸ਼ ਅਕਾਲ ਪੁਰਖ ਦੀ, ਤੇ ਉਹਨੇ ਸਾਡੇ ਕੋਲ ਮਿਹਨਤ ਲਈ। ਪਰ ਮੈਂ ਪੁੱਛਣਾ ਚਾਹੁੰਦਾ, ਸਾਡੇ ਕੋਲ ਦਿੱਲੀ ਸਰਕਾਰ ਸੈਂਟਰ ਸਰਕਾਰ ਦੀ ਚਿੱਠੀ ਮੌਜੂਦ ਹੈ। ਜਦ ਅਸੀਂ ਦਿੱਲੀ ਸਰਕਾਰ ਨੂੰ ਇਹ ਕਿਹਾ ਵੀ ਤੁਸੀਂ ਇਹਨੂੰ ਪੰਜਾਬ ਟ੍ਰਾਂਸਫਰ ਕਰ ਦਿਓ, ਤੇ ਬਾਦਲ ਸਾਹਿਬ ਨੇ ਮੁੱਖ ਮੰਤਰੀ ਹੋਣ ਦੇ ਕਿਹਾ ਕਿ ਇਹ ਐਕਸਟ੍ਰੀਮਿਸਟ ਹੈਗਾ, ਇਹਦੀ ਪੰਜਾਬ 'ਚ ਕੋਈ ਥਾਂ ਨਹੀਂ। ਡਾਇਰੈਕਟਡ ਟੈਰਰਿਸਟ ਵਾਸਤੇ ਸਾਡੀ ਪੰਜਾਬ ਜੇਲ੍ਹ ਕੋਈ ਜਗ੍ਹਾ ਨਹੀਂ। ਡਾਇਰੈਕਟਡ ਟੈਰਰਿਸਟ ਇਹ ਲਫ਼ਜ਼ ਲਿਖਿਆ। ਔਰ ਜਿਸ ਪੁਲਿਸ ਅਫਸਰ ਨੇ ਇਸ ਦੇ ਪਰਿਵਾਰ ਦੇ ਨਾਲ ਤਸ਼ੱਦਦ ਕੀਤਾ, ਉਹਨਾਂ ਨੂੰ ਮਾਰਿਆ ਕੁੱਟਿਆ, ਜਿਹਦੇ ਵਾਸਤੇ ਬੇਗੁਨਾਹ ਭੁੱਲਰ 25 ਸਾਲ ਤੋਂ ਹੋ ਕੇ ਕੈਦ ਹੋਇਆ, ਉਸ ਨੂੰ ਇਹਨਾਂ ਨੇ ਡੀਜੀਪੀ ਬਣਾਇਆ, ਔਰ ਉਹਦੇ ਕੋਲ ਜਿਹੜੇ ਕੁਕਰਮ ਕਰਾਏ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੈ। ਦੇਖੋ ਜੀ, ਸਾਡੀ ਭੂਮਿਕਾ ਜਿਹੜੀ ਹੈ, ਅਸੀਂ ਮੌਤ ਦੇ ਜਬਾੜੇ ਚੋਂ ਭੁੱਲਰ ਨੂੰ ਲੈ ਕੇ ਆਏ ਹਾਂ। ਮੌਤ ਦੇ ਜਬਾੜੇ ਚੋਂ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਕਨਫਰਮ ਹੋ ਗਈ। ਮਰਸੀ ਪਟੀਸ਼ਨ ਫਿਰ ਅਸੀਂ ਰਾਮ ਜੇਠ ਮਲਾਣੀ ਕੋਲ ਪਵਾਈ, ਉਹਨਾਂ ਨੂੰ ਅਸੀਂ ਗੁਰਦੁਆਰਾ ਕਮੇਟੀ ਚੋਂ ਥੋੜੀ ਬਹੁਤੀ ਪੈਸੇ ਤੇ ਉਹ ਲੈਂਦੇ ਨਹੀਂ ਸਨ, ਪਰ ਅਸੀਂ ਦਿੱਤੇ। ਮਰਸੀ ਪਟੀਸ਼ਨ ਅਸੀਂ ਪਾਈ, ਮਰਸੀ ਪਟੀਸ਼ਨ ਰਿਜੈਕਟ ਹੋਈ। ਇਹਨਾਂ ਗੱਲਾਂ ਦੇ ਬਾਵਜੂਦ ਅਸੀਂ ਇਹ ਵਰਡ ਆਫ ਆਨਰ ਲਿਆ ਸੀ ਕਿ ਇਹਨੂੰ ਫਾਂਸੀ ਨਹੀਂ ਹੋਈ। ਸਾਨੂੰ ਕੈਨੇਡਾ ਦੇ ਸਿੱਖਾਂ ਨੇ ਕਿਹਾ ਸੀ, ਸਰਨਾ ਸਾਹਿਬ ਇਹਦੀ ਫਾਂਸੀ ਰਖਵਾ ਦਿਓ, ਸੋਨੇ ਨਾਲ ਤੋਲਾਂਗੇ। ਮੈਂ ਕਿਹਾ ਚਲੋ ਬਾਅਦ ਵਿੱਚ ਕਰਾਂਗੇ, ਮੈਂ ਕਿਹਾ ਹੁਣ ਪਿੱਤਲ ਨਾਲ ਹੀ ਦੋ ਦਿਓ। ਪਰ ਅਸੀਂ ਔਰ ਮੈਂ ਇਸ ਕੰਮ ਦੇ ਵਿੱਚ ਮੇਰੀ ਮਦਦ ਕੀਤੀ ਸਰਦਾਰ KTS ਤੁਲਸੀ ਜੋ ਹੈ ਸੁਪਰੀਮ ਕੋਰਟ ਦੇ ਲਾਇਰ ਹੈ। ਅਸੀਂ ਇਸ ਨੂੰ ਇਬਾਸ ਦੇ ਵਿੱਚ ਦਾਖਲ ਕਰਵਾਇਆ, ਉੱਥੋਂ ਦੇ ਮੁੱਖ ਮੰਤਰੀ ਨੂੰ ਰਿਕੁਐਸਟ ਕਰਕੇ ਕਿ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਇਸ ਨੂੰ ਠੀਕ ਕਰਾ ਕੇ ਅਸੀਂ ਇਸ ਮੁਕਾਮ ਤੇ ਪਹੁੰਚਿਆ। ਔਰ ਮੈਨੂੰ ਖੁਸ਼ੀ ਹੋਈ ਬਈ ਇੱਕ ਦਿਨ ਜਦੋਂ ਦਿੱਲੀ ਆਇਆ ਤੇ ਵਾਪਸੀ ਤੇ ਸਾਡੀ ਫੈਕਟਰੀ ਸਾਡੇ ਨਾਲ ਲੰਚ ਕਰਕੇ ਗਿਆ ਦਵਿੰਦਰਪਾਲ ਸਿੰਘ ਭੁੱਲਰ, ਕਹਿੰਦਾ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਤੁਹਾਡੇ ਨਾਲ ਰੋਟੀ ਵੀ ਖਾਣੀ ਹੈ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਸਾਨੂੰ ਅਫਸੋਸ ਹੈਗਾ ਰਾਜ ਹਾਸਲ ਕਰਨ ਵਾਸਤੇ ਆ ਰਹੇ ਆਮ ਆਦਮੀ ਵਾਲੇ ਤੁਹਾਡੇ ਕੋਲ, ਪਰ ਭੁੱਲਰ ਦੀ ਸਜ਼ਾ ਮਾਫੀ ਦੇ ਸਾਈਨ ਕਰਨ ਵਾਸਤੇ ਤਿਆਰ ਨਹੀਂ ਹੈਗੇ। एक अफसोसनाक घटना है कि असं अपना दर्द और अफसोस की फर्क पैदा है कि बंदा जो बाहर आ गया 150 करोड़ का मुल्क एक बार आ गया तो की फर्क पै गया। चलो
एकदम कंडेम्ड क्रिमिनल है नहीं। एक राजनीति नहीं, का- नहीं राजनीतिक का क्या काम है ही इज नॉट ए ट्रेडेड मैन ਅਸੀਂ ਇੱਕ ਕਿਤਾਬ ਛਾਪੀ ਹੋਈ ਹੈ ਸਾਰੇ ਪਾਰਲੀਮੈਂਟ ਮੈਂਬਰਾਂ ਤੇ ਅਸੀਂ ਕਿਤਾਬ ਇਸ ਬਾਰੇ ਛਾਪੀ ਹੈ ਅਸੀਂ ਉਹਦੀ ਹਿਸਟਰੀ ਸਾਰੀ ਰੱਖੀ ਹੈ ਸਾਰੀ। ਅਗਲੀਆਂ ਇਲੈਕਸ਼ਨ ਚੋਣਾਂ 'ਚ ਆਈ ਗੱਲ ਹਾਂਜੀ ਉਹਦੇ ਰਿਹਾਈ ਦੀ ਅਗਲੀਆਂ ਚੋਣਾਂ 'ਚ ਫੇਰ ਗੱਲ ਦੇਖੋ ਜੀ ਹੋ ਜਾਏਗੀ ਰਿਹਾਈ ਵੀ ਕਦ ਤੱਕ ਰੋਕ ਸਕਣਗੇ ਦਰਅਸਲ ਸੱਚਾਈ ਕੀ ਆ? ਕੋਈ ਕਹਿ ਰਿਹਾ ਐਲਜੀ ਕੋਲ ਫਾਈਲ ਪਈ ਆ, ਕੋਈ ਕਹਿ ਰਿਹਾ ਜੇ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ। ਸੱਚਾਈ ਕੀ ਆ? ਸੱਚਾਈ ਹੈ ਜੀ ਭਾਈ ਦਿੱਲੀ ਦੇ ਮੁੱਖ ਮੰਤਰੀ ਨੇ ਸਾਈਨ ਨਹੀਂ ਕੀਤੇ ਇਹ ਸੱਚਾਈ ਹੈ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ, ਭਗਵੰਤ ਮਾਨ ਦੇ ਵੱਲੋਂ ਵੀ ਇਹੀ ਕਿਹਾ ਗਿਆ ਹੈਗਾ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਂ ਰਾਘਵ ਚੱਡੇ ਦੇ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਦਿੱਲੀ ਦੀ ਸਰਕਾਰ ਦੇ ਹੱਥ ਵੱਸ ਕੁਝ ਨਹੀਂ ਹੈਗਾ ਸਾਰੀ ਜਿਹੜੀ ਫਾਈਲ ਆ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਉਹ ਐਲਜੀ ਦੇ ਕੋਲ ਪਈ ਆ। ਦੇਖੋ ਜੀ ਸਾਈਨ ਤੇ ਇਹਨਾਂ ਕਰਕੇ ਵਿਗੜੀ ਹੈ ਨਾ ਨਹੀਂ ਨਹੀਂ ਇਹ ਸਾਰਾ ਸਿਸਟਮ ਐਲਜੀ ਦਾ ਹੀ ਹੈ ਦੇਖੋ ਇੱਕ ਕਮੇਟੀ ਬਣਦੀ ਹੈ ਦਿੱਲੀ ਸਰਕਾਰ ਵੱਲੋਂ, ਭਾਵੇਂ ਐਲਜੀ ਬਣਾਵੇ ਭਾਵੇਂ ਬਣਾਉਣ, ਉਹ ਜਿਤਨੇ ਵੀ ਦਿੱਲੀ ਸੈਂਟਰਲ ਜੇਲ੍ਹ ਦੇ ਵਿੱਚ ਕੈਦੀ ਹੈਗੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਫਾਂਸੀ ਤੋਂ ਉਮਰ ਕੈਦ ਹੋਣੀ ਚਾਹੀਦੀ, ਉਹ ਦਿੱਲੀ ਸਰਕਾਰ ਕਰਦੀ ਹੈ, ਰਿਕਮੈਂਡ ਕਰਕੇ ਭੇਜਦੀ ਹੈ। ਦੇ ਸ਼ੁੱਡ ਰਿਕਮੈਂਡ ਇਟ, ਐਲਜੀ ਰਿਫਿਊਜ਼ ਕਰੇ ਕਹ ਰਹੇ। ਕੇਜਰੀਵਾਲ ਨੇ ਕਿਹਾ ਸੈਂਟੈਂਸ ਇਹਨਾਂ ਨੇ recommend ਨਹੀਂ ਕੀਤਾ ਹਾਲੇ ਤੱਕ। ਦੇਖੋ ਹੁਣ ਮੈਨੂੰ ਨਹੀਂ ਪਤਾ ਕੇਜਰੀਵਾਲ ਕੀ ਕਿਹਾ, ਅਸੀਂ ਤੇ ਛੋਟੀ ਕਹਾਣੀ ਦੱਸੀ ਹੈਗੀ ਕਿ 2014 ਵਿੱਚ ਕੇਜਰੀਵਾਲ ਨੇ ਰਿਕਮੈਂਡ ਕੀਤਾ ਸੀ ਕਿ ਭੁੱਲਰ ਦੀ ਜਿਹੜੀ ਸਜ਼ਾ ਹੈ ਉਹ ਮਾਫ ਹੋਣੀ ਚਾਹੀਦੀ, ਉਹਨੂੰ ਬਾਹਰ ਆਉਣਾ ਚਾਹੀਦਾ ਹੈ। ਪਰ 2021 ਕਿਉਂ ਹੋ ਗਿਆ ਹੈ, 22 ਕਿਉਂ ਹੋ ਗਿਆ? ਉਹਦੀ ਚਿੱਠੀ ਸਾਡੇ ਕੋਲ ਹੈਗੀ, ਬੜੇ ਅੱਛੇ ਲਫ਼ਜ਼ਾਂ 'ਚ ਉਸਨੇ ਰਿਕਮੈਂਡ ਕੀਤਾ ਇਹਦੀ ਰਿਹਾਈ ਵਾਸਤੇ। ਪਰ ਸਾਰੀ ਗੱਲ ਹੈਗੀ ਕਿ ਇਹ ਅਸੀਂ ਤੁਹਾਨੂੰ ਕਹਿ ਦਈਏ 6 ਮਹੀਨੇ ਲੱਗਣ ਜਾਂ ਸਾਲ ਲੱਗੇ, ਇਹ ਇਹਨਾਂ 8 ਵਿੱਚੋਂ ਜਾਂ 9 ਚੋਂ 7 ਰਿਹਾ ਹੋਣਗੇ। ਮੈਨੂੰ ਭੇਜੀ ਸੀ ਲਿਸਟ ਇਹਨਾਂ ਨੇ, ਸਾਹਿਬ ਗੁਰਤੇਜ ਸਿੰਘ ਉਹਨਾਂ ਨੇ, ਦੋਵਾਂ ਦਾ ਫੈਸਲਾ 1.5 ਸਾਲ ਲੱਗੇ, 2 ਸਾਲ ਲੱਗੇ। ਇਹ ਬੰਦੇ ਹੁਣ ਅੰਦਰ ਨਹੀਂ ਰਹਿਣਗੇ, ਇਹ ਅਸੀਂ ਤੁਹਾਨੂੰ ਕਹਿਦਾ ਕਰਦੇ ਹਾਂ। ਬਲਵੰਤ ਸਿੰਘ ਰਾਜੋਆਣਾ ਜਿਹੜਾ ਆਉਂਦੇ ਨੇ ਪੈਰੋਲ ਤੇ, ਉਹ ਕਹਿੰਦੇ ਨੇ ਅਕਾਲੀ ਦਲ ਨੂੰ ਵੋਟ ਪਾਓ ਪੰਜਾਬ। ਚਲੋ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਦੇਣਾ ਜੀ, ਉਹਦੀ ਆਪਣੀ ਮਰਜ਼ੀ, ਉਹ ਜਿਹਨੂੰ ਮਰਜ਼ੀ ਵੋਟ ਪਾਓ। ਅਸੀਂ ਕਹਿ ਰਹੇ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਹੈ ਉਹ ਦੋਸ਼ੀ ਹੈ। ਪੰਜਾਬ ਵਾਲਿਆਂ ਦੀ ਤੇ ਖਾਸ ਤੌਰ ਤੇ ਸਿੱਖਾਂ ਦੀ ਵੋਟ ਦਾ ਹੱਕਦਾਰ ਨਹੀਂ ਰੱਖਦਾ। ਜਿਹੜਾ ਵੋਟ ਪਾਏਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਰਾਜੋਆਣਾ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਅਪੀਲ ਕੀਤੀ ਸੀ ਜਿਹਦੇ ਵਿੱਚ ਇਹਨਾਂ ਦੀਆਂ ਖਾਲੀ 13-14 ਸੀਟਾਂ ਆਈਆਂ ਸਨ। ਸੋ ਇਹ ਕੋਈ ਰਾਜੋਆਣਾ ਦੀ ਗੱਲ ਕਰਨ ਵਾਸਤੇ ਮੈਂ ਇੱਥੇ ਨਹੀਂ ਆਇਆ ਮਾਰਾ। ਠੀਕ ਹੈ ਸਰਦਾਰ ਸਾਹਿਬ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਰਿਕੁਐਸਟ ਕਰਨੀ ਚਾਹਾਂਗਾ ਵੀ ਕੋਈ ਵੀ ਬੰਦਾ ਲੰਚ ਤੋਂ ਬਗੈਰ ਨਾ, ਤੁਹਾਡਾ ਇੱਕ ਵਾਰ ਬਹੁਤ ਬਹੁਤ ਥੈਂਕ ਯੂ। ਪ੍ਰੈਸ ਦੀ ਕਿਸੇ ਤੇ